ਪਿੰਕੀ ਕੈਟ ਕੀ ਕਹਿੰਦੇ ਹੈ ਕਿ ਮੈਂ ਉੱਥੋਂ ਜਾ ਰਿਹਾ ਸੀਗਾ ਗਰੇਵਾਲ ਤੇ ਮੈਂ ਗਏ ਸਿੰਘੂ ਬਾਰਡਰ। ਜਦੋਂ ਉਹ ਕਹਿੰਦੇ ਕਿ ਮੈਂ ਦਿੱਲੀ ਕਿਸੇ ਕੰਮ ਜਾਣਾ ਸੀਗਾ, ਸਿੰਘੂ ਬਾਰਡਰ ਗਏ ਤੇ ਉੱਥੇ ਸਾਨੂੰ ਬਾਬਾ ਅਮਨ ਸਿੰਘ ਮਿਲ ਗਏ ਕਿਉਂਕਿ ਇਹ ਪੁਰਾਣੇ ਸਾਥੀ ਨੇ, ਜਾਣਦੇ ਨੇ। ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਕਿਸੇ ਨੂੰ ਐਵੇਂ ਹੀ ਲੈ ਜਾਂਦੇ ਹੋ ਤਾਂ ਫਿਰ ਉੱਥੇ ਸਰੋਪਾ ਕਿਉਂ ਪਾਇਆ ਜਾਂਦਾ? ਇਹ ਬਹੁਤ ਵੱਡਾ ਸਵਾਲ ਹੈ। ਫਿਰ ਤੁਸੀਂ ਲੰਚ ਦੇ ਵਿੱਚ ਤੁਸੀਂ ਬਰਾਬਰ ਤੇ ਜਾ ਕੇ ਬੈਠਦੇ ਹੋ ਔਰ ਉੱਥੇ ਪੁੱਛਿਆ ਨਹੀਂ ਗਿਆ ਕਿ ਇਹ ਕੌਣ ਨੇ। ਬਾਬਾ ਅਮਨ ਸਿੰਘ ਨੇ ਵੀ ਇਹ ਗੱਲ ਕਹੀ ਹੈ ਕਿ ਕੁਝ ਮਹੀਨੇ ਪਹਿਲਾਂ ਦੀ ਫੋਟੋ, ਔਰ ਉਹਨਾਂ ਨੇ ਕਿਹਾ ਕਿ ਮੈਨੂੰ ਕਾਹਦਾ ਡਰ ਹੈ, ਮੈਂ ਮਿਲਿਆ, ਮੈਂ ਕਹਿੰਦਾ ਮੈਂ ਮਿਲਿਆ, ਮੇਰੀ ਮੁਲਾਕਾਤ ਹੋਈ ਹੈ ਤਾਂ ਕਬੂਲਿਆ। ਉਹਨਾਂ ਨੇ ਕਿਹਾ ਮੈਂ ਤਾਂ ਮੋਦੀ ਨੂੰ ਵੀ ਮਿਲ ਲੂੰਗਾ, ਉਹਦੀ ਵੀ ਫੋਟੋ ਪਾ ਦਿਓ, ਮੈਨੂੰ ਕੋਈ ਡਰ ਨਹੀਂ ਹੈ ਫੋਟੋ ਦੇ ਨਾਲ। ਜਦੋਂ ਇਹ ਪੁੱਛਿਆ ਕਿ ਕਿਉਂ ਕੀਤੀ, ਉਹਨਾਂ ਨੇ ਕਿਹਾ ਕਿ ਮੈਂ ਤਾਂ ਬੇਅਦਬੀ ਦੇ ਸਬੰਧ 'ਚ ਮੀਟਿੰਗ ਕਰਨ ਰਾਸ਼ਟਰਪਤੀ ਦੇ ਕੋਲ ਗਿਆ ਸੀ। ਬਲਬੀਰ ਸਿੰਘ ਰਾਜੇਵਾਲ ਨੇ ਬਿਆਨ ਦਿੱਤਾ ਸੀਗਾ ਕਿ ਜਿਹੜੇ ਕੱਲਾ ਝੰਡਾ ਕਿਸਾਨੀ ਦਾ ਹੋਵੇ, ਕੇਸਰੀ ਨਿਸ਼ਾਨ ਨਾ ਹੋਣ। ਔਰ ਨਿਹੰਗ ਸਿੰਘ ਇੱਥੋਂ ਇਹ ਪਹਿਲੀ ਵਾਰ ਥੋੜੀ ਗੱਲ ਹੋਈ ਹੈ, ਹੁਣ ਇਦੋਂ ਪਹਿਲਾਂ ਵੀ ਹੋ ਚੁੱਕੀ ਹੈ ਕਿ ਨਿਹੰਗ ਸਿੰਘ ਇੱਥੇ ਕੀ ਕਰਦੇ ਆ। ਜਦੋਂ ਚਾਹੁੰਦੇ ਹੀ ਨਹੀਂ ਕਿ ਤੁਸੀਂ ਬੈਠੋ, ਫਿਰ ਤੁਸੀਂ ਕਿਉਂ ਬੈਠੇ ਹੋ? ਜਦੋਂ ਸੰਯੁਕਤ ਕਿਸਾਨ ਮੋਰਚਾ ਕਹਿ ਰਿਹਾ ਕਿ ਸਾਡੇ ਤਾਂ ਬੰਦੇ ਨਹੀਂ, ਬੇਅਦਬੀ ਕਰਨ ਵਾਲਾ ਸਾਡਾ ਬੰਦਾ ਨਹੀਂ ਹੈ ਔਰ ਜਿਨ੍ਹਾਂ ਨੇ ਉਹਨੂੰ ਮਾਰਿਆ ਉਹ ਵੀ ਸਾਡੇ ਬੰਦੇ ਨਹੀਂ, ਤਾਂ ਫਿਰ ਤੁਸੀਂ ਉੱਥੇ ਕਿਉਂ ਬੈਠਦੇ ਹੋ? ਕਿ ਜਿਸ ਤਰ੍ਹਾਂ ਦੀ ਕਮਿਊਨਲ ਹਾਰਮਨੀ ਨੂੰ ਠੇਸ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਦਾ ਡਰ ਲੱਗ ਰਿਹਾ ਸੀ ਸਾਨੂੰ ਕਿ ਕਿਸੇ ਇੱਕ ਐਸੇ ਮੁੱਦੇ ਤੇ ਪੰਜਾਬ ਦੇ ਲੋਕ ਵੰਡੇ ਜਾਣ ਜਿਸ ਮੁੱਦੇ ਤੇ ਵਿਚਾਰ ਬਹੁਤ ਫਰਮ ਹੋਣ। ਔਰ ਬੜੀ ਜਲਦੀ ਇੱਕ ਦੂਜੇ ਨੂੰ ਗੱਦਾਰਾਂ ਦੇ ਸਰਟੀਫਿਕੇਟ ਦੇਣੇ ਸ਼ੁਰੂ ਕਰ ਦਿੰਦੇ ਆ, ਬੜੀ ਜਲਦੀ ਇੱਕ ਦੂਜੇ ਦੇ ਪ੍ਰਤੀ ਹੇਟਰਡ ਸ਼ੁਰੂ ਹੋ ਜਾਂਦੀ ਹੈ, ਬੜੀ ਜਲਦੀ ਸਿੱਟਿਆਂ ਤੇ ਵੀ ਪਹੁੰਚਣ। ਸੋਸ਼ਲ ਮੀਡੀਆ ਇੱਕ ਐਸੀ ਦੋ-ਧਾਰੀ ਤਲਵਾਰ ਹੈ ਕਿ ਤੁਸੀਂ ਤਸਵੀਰ ਦੇਖੀ ਤੁਰੰਤ ਥੱਲੇ ਠਾ 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 ਤੁਸੀਂ ਲਿਖਣਾ ਸ਼ੁਰੂ ਕਰ ਦਿੰਦੇ ਹੋ। ਨਿਹੰਗ ਸਿੰਘ ਬਾਬਾ ਅਮਨ ਸਿੰਘ ਜਾਂ ਪਿੰਕੀ ਕੈਟ, ਦੋਹਾਂ 'ਚੋਂ ਇੱਕ ਬੰਦਾ ਜਾਂ ਤਾਂ ਝੂਠ ਬੋਲ ਰਿਹਾ ਜਾਂ ਸੱਚ ਬੋਲਣਾ ਨਹੀਂ ਚਾਹੁੰਦਾ। ਸਿਆਸਤ ਲਾਈਵ ਦੇ ਇਸ ਐਪੀਸੋਡ ਦੇ ਵਿੱਚ ਸਵਾਗਤ ਹੈ ਤੇ ਮੈਂ ਹਾਂ ਰਾਵਰਿੰਦਰ ਸਿੰਘ। ਤੇ ਅੱਜ ਇੱਕ ਫੋਟੋ ਵਾਇਰਲ ਹੁੰਦੀ ਹੈ। ਇਸ ਫੋਟੋ ਦੇ ਵਿੱਚ ਨਿਹੰਗ ਸਿੰਘ ਬਾਬਾ ਅਮਨ ਸਿੰਘ ਤੇ ਉਹਨਾਂ ਦੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਨਾਲ ਹੀ ਪਿੰਕੀ ਕੈਟ, ਇਹਨਾਂ ਦੀ ਫੋਟੋ ਅੱਜ ਦਿਨ ਭਰ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਹਰ ਕਿਸੇ ਨੇ ਸਿਆਸਤ ਵੀ ਕੀਤੀ ਹੈ ਤੇ ਹਰ ਕਿਸੇ ਨੇ ਇਸ ਫੋਟੋ ਦੇ ਪਿੱਛੇ ਵਾਲੀ ਕਹਾਣੀ ਨੂੰ ਤਲਾਸ਼ਣ ਦੀ ਕੋਸ਼ਿਸ਼ ਵੀ ਕੀਤੀ ਹੈ। ਸ਼ਾਮ ਆਉਂਦਿਆਂ ਆਉਂਦਿਆਂ ਪਿੰਕੀ ਕੈਟ ਆਪਣਾ ਬਿਆਨ ਜਾਰੀ ਕਰ ਦਿੰਦਾ ਹੈ। ਪਿੰਕੀ ਕੈਟ ਦਾ ਦਾਅਵਾ ਹੈ ਕਿ ਉਸ ਦਾ ਇਸ ਫੋਟੋ ਦੇ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਨੇ ਦੱਸਿਆ ਕਿ ਸਿਰਫ ਉਹ ਆਪਣੇ ਇੱਕ ਭਾਜਪਾ ਦੇ ਆਗੂ ਮਿੱਤਰ ਦੇ ਨਾਲ ਕਿਸੇ ਕੰਮ ਦੇ ਲਈ ਦਿੱਲੀ ਗਏ ਸੀ ਤੇ ਉਸ ਨੂੰ ਇਹ ਵੀ ਨਹੀਂ ਪਤਾ ਕਿ ਸਾਹਮਣੇ ਵਾਲਾ ਮੰਤਰੀ ਕੌਣ ਸੀ। ਪਰ ਹਾਂ, ਇੱਕ ਗੱਲ ਜ਼ਰੂਰ ਕਬੂਲੀ ਹੈ ਕਿ ਉਹ ਅਮਨ ਬਾਬਾ ਨੂੰ ਪੁਰਾਣਾ ਜਾਣਦੇ ਨੇ। ਸੋ ਇਸ ਫੋਟੋ ਦੇ ਪਿੱਛੇ ਅਸਲ ਕਹਾਣੀ ਕੀ ਹੈ ਤੇ ਪਿੰਕੀ ਕੈਟ ਦਾ ਇਹ ਬਿਆਨ ਕਿੰਨਾ ਕੁ ਖਾਸ ਅਹਿਮੀਅਤ ਰੱਖਦਾ ਹੈ, ਇਸ ਬਾਰੇ ਮੇਰੇ ਨਾਲ ਚਰਚਾ ਕਰਨ ਦੇ ਲਈ ਮੌਜੂਦ ਨੇ ਸਾਡੇ ਨਿਊਜ਼ ਐਡੀਟਰ ਸਿਮਰਨਜੋਤ ਸਿੰਘ ਮੱਕੜ। ਮੱਕੜ ਸਾਹਿਬ, ਸਵਾਗਤ ਹੈ। ਧੰਨਵਾਦ ਰਾਵਰਿੰਦਰ। ਮੱਕੜ ਸਾਹਿਬ, ਕੀ ਲੱਗਦਾ ਹੈ ਕਿ ਇਸ ਫੋਟੋ ਦੇ ਪਿੱਛੇ ਜਿੱਤੇ ਪੂਰਾ ਦਿਨ ਭਰ ਚਰਚਾ ਵੀ ਹੋਈ ਹੈ, ਸਿਆਸਤ ਵੀ ਖੂਬ ਹੋਈ ਹੈ, ਅਸਲ ਕਹਾਣੀ ਤੁਹਾਨੂੰ ਕੀ ਲੱਗਦੀ ਹੈ? ਤੇ ਖਾਸ ਤੌਰ ਤੇ ਪਿੰਕੀ ਕੈਟ ਦਾ ਜਿਹੜਾ ਬਿਆਨ ਹੈ ਕਿ ਮੈਂ ਨਹੀਂ ਜਾਣਦਾ, ਮੈਨੂੰ ਇਸ ਮੈਟਰ ਦੇ ਨਾਲ ਨਾ ਜੋੜ ਕੇ ਦੇਖਿਆ ਜਾਵੇ। ਰਾਵਰਿੰਦਰ, ਨਿਹੰਗ ਸਿੰਘ ਬਾਬਾ ਅਮਨ ਸਿੰਘ ਜਾਂ ਪਿੰਕੀ ਕੈਟ, ਦੋਹਾਂ 'ਚੋਂ ਇੱਕ ਬੰਦਾ ਜਾਂ ਤਾਂ ਝੂਠ ਬੋਲ ਰਿਹਾ ਜਾਂ ਸੱਚ ਬੋਲਣਾ ਨਹੀਂ ਚਾਹੁੰਦਾ। ਇਹ ਅਸੀਂ ਕਿਉਂ ਕਹਿ ਰਹੇ ਹਾਂ ਕਿ ਪਿੰਕੀ ਕੈਟ ਨੇ ਜੋ ਆਪਣੀ ਸਟੇਟਮੈਂਟ ਦਿੱਤੀ ਔਰ ਉਹ ਵੱਖ-ਵੱਖ ਮੀਡੀਆ ਅਦਾਰਿਆਂ ਤੇ ਵੀ ਇੰਟਰਵਿਊਜ਼ ਕਰ ਰਹੇ ਹੈ, ਜਾਂ ਫਿਰ ਉਹਨਾਂ ਦੀਆਂ ਜੋ ਸਟੇਟਮੈਂਟਸ ਛਪੀਆਂ ਨੇ, ਜੋ ਖਾਸ ਤੌਰ ਤੇ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਤੋਂ ਮੈਂ ਗੱਲ ਕਰ ਰਿਹਾ, ਜੋ ਅਖਬਾਰ ਦੇ ਵਿੱਚ ਛਪੀ ਹੈ, ਤੇ ਜੋ ਨਿਹੰਗ ਸਿੰਘ ਬਾਬਾ ਅਮਨ ਸਿੰਘ ਨੇ ਗੱਲ ਕਹੀ ਹੈ ਸਾਡੇ ਨਾਲ ਔਨ ਏਅਰ ਤੇ ਅਸੀਂ ਜਦੋਂ ਸਵੇਰੇ ਇੰਟਰਵਿਊ ਕੀਤਾ, ਫੋਨ ਕੀਤਾ, ਤਾਂ ਉਹਨਾਂ ਨੂੰ ਜਦੋਂ ਅਸੀਂ ਇਹ ਸਵਾਲ ਕੀਤਾ ਕਿ ਤੁਸੀਂ ਇਸ ਮੀਟਿੰਗ ਨੂੰ ਕਬੂਲਦੇ ਹੋ, ਉਹਨਾਂ ਨੇ ਕਿਹਾ ਮੈਂ ਕਬੂਲਦਾ, ਮੇਰੀ ਮੀਟਿੰਗ ਹੋਈ ਹੈ। ਔਰ ਜਦੋਂ ਇਹ ਪੁੱਛਿਆ ਕਿ ਕਿਉਂ ਕੀਤੀ, ਉਹਨਾਂ ਨੇ ਕਿਹਾ ਕਿ ਮੈਂ ਤਾਂ ਬੇਅਦਬੀ ਦੇ ਸਬੰਧ 'ਚ ਮੀਟਿੰਗ ਕਰਨ
ਰਾਸ਼ਟਰਪਤੀ ਦੇ ਕੋਲ ਗਿਆ ਸੀ ਔਰ ਮੈਂ ਇਕੱਲਾ ਨਹੀਂ ਸੀ, ਮੇਰੇ ਨਾਲ 8-10 ਸਿੰਘ ਹੋਰ ਸੀਗੇ ਔਰ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਰਾਸ਼ਟਰਪਤੀ ਨੂੰ ਮਿਲਣ ਗਏ ਆ ਉਸ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਭਾਜਪਾ ਦੇ ਮੰਤਰੀਆਂ ਦੇ ਨਾਲ, ਅਸੀਂ ਉਹਨਾਂ ਦੇ ਨਾਲ ਬੈਠੇ। ਪਿੰਕੀ ਕੈਟ ਨੇ ਸਿਮਰਨਜੋਤ ਦਾਅਵਾ ਕੀਤਾ ਕਿ 5 ਅਗਸਤ ਦੀ ਫੋਟੋ ਹੈ ਇਹ। ਮੈਂ ਉਹੀ ਗੱਲ ਤੇ ਆ ਰਿਹਾ ਕਿ ਜਦੋਂ ਇਹ ਗੱਲ ਸਵਾਲ ਅਸੀਂ ਬਾਬਾ ਅਮਨ ਸਿੰਘ ਨੂੰ ਕੀਤਾ, ਉਹਨਾਂ ਨੇ ਕਿਹਾ ਕਿ ਮੈਂ ਸਭ ਕੁਝ ਕਲੀਅਰ ਕਰੂੰਗਾ। ਬਕਾਇਦਾ ਤੌਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਈਮੇਲਸ ਪਾਈਆਂ ਸੀ, ਈਮੇਲਸ ਪਾਈਆਂ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਵਾਸਤੇ ਔਰ ਉਹਨਾਂ ਦੇ ਰਿਵਰਟ ਆਏ ਔਰ ਫਿਰ ਸਾਡੀ ਮੁਲਾਕਾਤ ਦਾ ਸਮਾਂ ਤੈਅ ਹੁੰਦਾ ਤੇ ਫਿਰ ਜਾ ਕੇ ਅਸੀਂ ਮੁਲਾਕਾਤ ਕਰਦੇ ਹਾਂ। ਪਰ ਅੱਜ ਤੱਕ ਕਿਉਂਕਿ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕਰਨੀ ਪਬਲਿਕ ਡੋਮੇਨ 'ਚ ਗੱਲ ਆ ਜਾਂਦੀ ਹੈ। ਲਖੀਮਪੁਰ ਰਾਹੁਲ ਗਾਂਧੀ ਜਦੋਂ ਗਏ ਸੀ ਉਹਨਾਂ ਨੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਸੀ, ਸਾਰਿਆਂ ਨੂੰ ਪਤਾ ਲੱਗਿਆ ਕਿ ਲਖੀਮਪੁਰ ਕਾਂਡ ਤੋਂ ਬਾਅਦ ਰਾਹੁਲ ਗਾਂਧੀ ਨੇ ਸਮਾਂ ਮੰਗਿਆ ਰਾਸ਼ਟਰਪਤੀ ਦੇ ਨਾਲ ਜੇ ਮੁਲਾਕਾਤ ਹੁੰਦੀ ਹੈ ਤਾਂ ਜੇ ਬੇਅਦਬੀ ਦੇ ਮੁੱਦੇ ਦੇ ਉੱਤੇ ਕੋਈ ਬੰਦਾ ਰਾਸ਼ਟਰਪਤੀ ਤੋਂ ਸਮਾਂ ਮੰਗ ਰਿਹਾ ਮਿਲਣ ਵਾਸਤੇ ਤਾਂ ਇਹ ਗੱਲ ਸਾਡੇ ਤੱਕ ਮੀਡੀਆ ਤੱਕ ਜਾਂ ਪਬਲਿਕ ਪਲੇਟਫਾਰਮ ਤੇ ਨਾ ਆਈ ਹੋਵੇ ਅਚੰਭੇ ਵਾਲੀ ਗੱਲ ਹੈ। ਪਰ ਜੇ ਅਸੀਂ ਇਨ ਬੰਨੇ ਮੰਨ ਵੀ ਲੈਂਦੇ ਹਾਂ ਕਿ ਬਾਬਾ ਅਮਨ ਸਿੰਘ ਜੋ ਕਹਿ ਰਹੇ ਨੇ ਉਹ ਬਿਲਕੁਲ ਠੀਕ ਕਹਿ ਰਹੇ ਆ, ਤਾਂ ਪਿੰਕੀ ਕੈਟ ਨੇ ਬਿਲਕੁਲ ਕੰਟਰਾਡਿਕਟਰੀ ਸਟੇਟਮੈਂਟ ਆ ਕੇ ਦੇਤੀ। ਪਿੰਕੀ ਕੈਟ ਕੀ ਕਹਿੰਦੇ ਹੈ ਕਿ ਮੈਂ ਉੱਥੋਂ ਜਾ ਰਿਹਾ ਸੀਗਾ ਗਰੇਵਾਲ ਤੇ ਮੈਂ ਗਏ ਸਿੰਘੂ ਬਾਰਡਰ, ਜਦੋਂ ਉਹ ਕਹਿੰਦੇ ਕਿ ਮੈਂ ਦਿੱਲੀ ਕਿਸੇ ਕੰਮ ਜਾਣਾ ਸੀਗਾ, ਸਿੰਘੂ ਬਾਰਡਰ ਗਏ ਤੇ ਉੱਥੇ ਸਾਨੂੰ ਬਾਬਾ ਅਮਨ ਸਿੰਘ ਮਿਲ ਗਏ ਕਿਉਂਕਿ ਇਹ ਪੁਰਾਣੇ ਸਾਥੀ ਨੇ, ਜਾਣਦੇ ਨੇ। ਹਾਲਾਂਕਿ ਕੁਛ ਇੱਕ ਅਖਬਾਰਾਂ ਦੇ ਹਵਾਲੇ ਤੋਂ ਜਾਂ ਜੇ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਉੱਥੇ ਲਿਖਿਆ ਗਿਆ ਕਿ ਇਹ ਦੋਨੋਂ ਪਟਿਆਲੇ ਜੇਲ੍ਹ ਦੇ ਵਿੱਚ ਕਿਸੇ ਵੇਲੇ ਇਕੱਠੇ ਰਹੇ ਹੈ। ਲੇਕਿਨ ਪਿੰਕੀ ਕੈਟ ਨੇ ਕਿਹਾ ਕਿ ਮੈਂ ਪੁਰਾਣਾ ਬਾਬਾ ਅਮਨ ਸਿੰਘ ਨੂੰ ਜਾਣਦਾ। ਤਾਂ ਜੇ ਇਹ ਜਾਣਕਾਰ ਸੀਗੇ ਔਰ ਪਿੰਕੀ ਕੈਟ ਕਹਿ ਰਹੇ ਕਿ ਮੈਂ ਦਿੱਲੀ ਜਦੋਂ ਗਿਆ ਸਿੰਘੂ ਬਾਰਡਰ ਤੇ ਮਿਲੇ ਤੇ ਮੈਂ ਨਾਲ ਬਿਠਾ ਕੇ ਲੈ ਗਿਆ ਵੀ ਆਓ ਚਲੀਏ, ਤਾਂ ਦੋਨਾਂ ਗੱਲਾਂ 'ਚ ਫਰਕ ਆ ਗਿਆ। ਬਾਬਾ ਅਮਨ ਸਿੰਘ ਕਹਿ ਰਿਹਾ ਕਿ ਇਹ ਮੀਟਿੰਗ ਜਿਹੜੀ ਹੋਈ, ਮੈਂ ਰਾਸ਼ਟਰਪਤੀ ਨੂੰ ਮਿਲਣ ਜਾਣਾ ਸੀ, ਉਦੋਂ ਜਾ ਕੇ ਮੀਟਿੰਗਸ ਹੁੰਦੀਆਂ, ਮਤਲਬ ਕਿ ਉਹ ਕਹਿ ਰਹੇ ਆ ਕਿ ਇਹ ਮੀਟਿੰਗਸ ਤੈਅ ਸੀਗੀਆਂ। ਦੂਜੇ ਪਾਸੇ ਪਿੰਕੀ ਕੈਟ ਕਹਿ ਰਹੇ ਆ ਕਿ ਜਦੋਂ ਬਾਬਾ ਅਮਨ ਸਿੰਘ ਗਏ ਹੈ, ਪਿੰਕੀ ਕੈਟ ਹੁਣੇ ਉੱਥੇ ਗਏ ਤਾਂ ਬਾਬਾ ਅਮਨ ਸਿੰਘ ਨੂੰ ਨਾਲ ਬਿਠਾ ਕੇ ਲੈ ਗਏ। ਦੋਨਾਂ ਗੱਲਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਰਿਹਾ ਹੈ। ਜਾਂ ਤਾਂ ਪਿੰਕੀ ਕੈਟ ਇੱਥੇ ਸੱਚ ਨਹੀਂ ਦੱਸ ਰਿਹਾ, ਬਾਬਾ ਅਮਨ ਸਿੰਘ, ਦੋਨਾਂ 'ਚੋਂ ਇੱਕ ਬੰਦਾ ਇੱਥੇ ਸੱਚ ਨਹੀਂ ਦੱਸ ਰਿਹਾ ਜਾਂ ਦੱਸਣਾ ਨਹੀਂ ਚਾਹ ਰਹੇ। ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਕਿਸੇ ਨੂੰ ਐਵੇਂ ਹੀ ਲੈ ਜਾਂਦੇ ਹੋ ਤਾਂ ਫਿਰ ਉੱਥੇ ਸਰੋਪਾ ਕਿਉਂ ਪਾਇਆ ਜਾਂਦਾ ਹੈ? ਇਹ ਬਹੁਤ ਵੱਡਾ ਸਵਾਲ ਹੈ। ਫਿਰ ਤੁਸੀਂ ਲੰਚ ਦੇ ਵਿੱਚ ਤੁਸੀਂ ਬਰਾਬਰ 'ਤੇ ਜਾ ਕੇ ਬੈਠਦੇ ਹੋ ਔਰ ਉੱਥੇ ਪੁੱਛਿਆ ਨਹੀਂ ਗਿਆ ਕਿ ਇਹ ਕੌਣ ਨੇ, ਕਿਵੇਂ ਆਏ ਨੇ, ਜਾਂ ਉਸ ਵੇਲੇ ਬਾਬਾ ਅਮਨ ਸਿੰਘ ਨੇ ਪੁੱਛਿਆ ਨਹੀਂ ਹੋਣਾ ਕਿ ਜਿਸ ਬੀਜੇਪੀ ਦੇ ਲੀਡਰਾਂ ਦੇ ਨਾਲ ਇਸ ਵੇਲੇ ਪਬਲਿਕ ਤੌਰ ਤੇ ਮਿਲਣਾ, ਉਹਨਾਂ ਦਾ ਵਿਰੋਧ ਹੋ ਰਿਹਾ, ਮਿਲਣਾ ਜਿਹੜਾ ਕਿਸਾਨ ਕਹਿ ਰਹੇ ਕਿ ਮਿਲਾਂਗੇ ਨਹੀਂ, ਤਾਂ ਉਸ ਮੰਤਰੀ ਦੇ ਘਰੇ ਕਿਉਂ ਲੈ ਕੇ ਜਾ ਰਹੇ ਹੋ? ਗਰੇਵਾਲ ਦੇ ਨਾਲ ਕੀ ਸੰਬੰਧ ਸੀਗੇ ਉਹਨਾਂ ਨੇ ਨਹੀਂ ਪੁੱਛਿਆ ਹੋਣਾ। ਤਾਂ ਕਿਤੇ ਨਾ ਕਿਤੇ ਮੈਨੂੰ ਇਹ ਜਾਪ ਰਿਹਾ ਕਿ ਜੋ ਬਾਬਾ ਅਮਨ ਸਿੰਘ ਕਹਿ ਰਹੇ ਹੈ, ਜੋ ਪਿੰਕੀ ਕੈਟ ਕਹਿ ਰਹੇ, ਉਹਦੇ 'ਚ ਅੰਤਰ ਤਾਂ ਹੈਗਾ, ਪਰ ਕਿਤੇ ਨਾ ਕਿਤੇ ਗੱਲ ਲੁਕਾਉਣ ਦੀ ਵੀ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ, ਜੇ ਇਸ ਤਰ੍ਹਾਂ ਦੀਆਂ ਮੀਟਿੰਗਸ ਬਹੁਤ ਹੋਈਆਂ ਜੀ, ਬੀਜੇਪੀ ਦੇ ਵੱਲੋਂ ਔਰ ਸਰਕਾਰ ਦੇ ਵੱਲੋਂ ਇਹ ਕੋਸ਼ਿਸ਼ ਬਹੁਤ ਰਹੀ ਹੈ ਕਿ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਅੰਦੋਲਨ ਦੇ ਵਿੱਚ ਸਰਗਰਮ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਕਿਸੇ ਤਰੀਕੇ ਦੇ ਨਾਲ ਅੰਦੋਲਨ ਨੂੰ ਕਿਸੇ ਨਬੇੜੇ ਵੱਲ ਲਿਜਾਇਆ ਜਾਵੇ। ਇਸ ਘਟਨਾ ਦਾ ਜ਼ਰੂਰੀ ਨਹੀਂ ਹੈ ਕਿ ਤੁਸੀਂ ਜੋ ਘਟਨਾ ਸਿੰਘੂ ਬਾਰਡਰ ਤੇ ਹੋਈ ਉਹਦੇ ਨਾਲ ਜੋੜ ਕੇ ਦੇਖੋ। ਦੋ ਐਸਪੈਕਟ ਨੇ, ਦੋ ਧਿਰਾਂ 'ਚ ਵੰਡਿਆ ਗਿਆ ਹੁਣ ਸਮਾਜ ਇਸ ਘਟਨਾ ਨੂੰ ਲੈ ਕੇ। ਇੱਕ ਧਿਰ ਉਹ ਹੈ ਜਿਹੜੀ ਇਹ ਕਹਿ ਰਹੀ ਹੈ ਕਿ ਸਭ ਕੁਝ ਪਲਾਂਟਡ ਸੀਗਾ, ਬੀਜੇਪੀ ਨੇ ਕਰਾਇਆ, ਬੀਜੇਪੀ ਨੇ ਹੀ ਉਹ ਬੰਦੇ ਨੂੰ ਪ੍ਰਵੋਕ ਕਰਕੇ ਜੋ ਵੀ ਲਾਲਚ ਦੇ ਕੇ ਬੁਲਾ ਲਿਆ, ਬੀਜੇਪੀ ਨੇ ਹੀ ਨਿਹੰਗ ਸਿੰਘਾਂ ਦੇ ਨਾਲ ਪਹਿਲਾਂ ਤੋਂ ਸੈਟਿੰਗ ਕਰ ਰੱਖੀ ਸੀ। ਇਹ ਤਾਂ ਸੰਯੁਕਤ ਮੋਰਚਾ ਹੀ ਕਹਿ ਰਿਹਾ, ਕਿਸਾਨ ਆਗੂ ਹੀ ਕਹਿ ਰਿਹਾ, ਕਾਂਗਰਸ ਕਹਿ ਰਹੀ ਹੈ ਔਰ ਇੱਕ ਵੱਡਾ ਹਿੱਸਾ ਸਮਾਜ ਦਾ ਵੀ ਕਹਿ ਰਿਹਾ ਸੰਯੁਕਤ ਮੋਰਚਾ। ਹਾਲਾਂਕਿ ਤੁਸੀਂ ਦੇਖੋ ਕਿ ਪੰਜਾਬ ਦੇ ਗ੍ਰਹਿ ਮੰਤਰੀ ਨੇ ਤਾਂ ਇਹਦੇ ਤੇ ਇਨਕੁਆਇਰੀ ਤੱਕ ਬਿਠਾਤੀ ਔਰ ਢੱਡਰੀਆਂ ਵਾਲੇ ਕਹਿ ਰਹੇ ਕਿ ਇਹਦੇ ਦੀ CBI ਜਾਂਚ ਕਰਾਈ ਜਾਵੇ ਇਸ ਘਟਨਾ ਦੀ ਕਿ ਹੋਇਆ ਕੀ। ਪਰ ਦੂਜੀ ਧਿਰ ਉਹ ਵੀ ਹੈ ਜਿਹੜੀ ਇਹ ਕਹਿ ਰਹੀ ਹੈ ਕਿ ਫੋਟੋਆਂ ਦੇ ਨਾਲ, ਸਿਰਫ ਫੋਟੋਆਂ ਬਾਹਰ ਆ ਜਾਣ ਦੇ ਨਾਲ ਤੁਸੀਂ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕਦੇ। ਬਹੁਤ ਸਾਰੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ, ਬਲਬੀਰ ਸਿੰਘ ਰਾਜੇਵਾਲ ਦੀ ਸੁਮੇਧ ਸਿੰਘ ਸੈਣੀ ਦੇ ਨਾਲ ਫੋਟੋ ਵਾਇਰਲ ਹੋ ਜਾਂਦੀ ਹੈ ਜੀ। ਜਿਸ ਪੱਤਰਕਾਰ ਨੇ ਖਬਰ ਨਸ਼ਰ ਕੀਤੀ ਉਹਦੀ ਭਗਵੰਤ ਮਾਨ ਦੇ ਨਾਲ ਫੋਟੋਆਂ ਵਾਇਰਲ ਕਰਨ ਲੱਗ ਗਏ। ਹੁਣ ਪੱਤਰਕਾਰਾਂ ਦੀਆਂ ਤਾਂ ਸਾਰਿਆਂ ਨਾਲ ਹੀ ਫੋਟੋਆਂ ਹੋਣਗੀਆਂ, ਨਹੀਂ ਵੀ ਹੋਣਗੀਆਂ। ਪੱਤਰਕਾਰ ਇੰਟਰਵਿਊ ਲੈ ਰਿਹਾ ਹੁੰਦਾ ਉਦੋਂ ਵੀ ਕੋਈ ਫੋਟੋ ਖਿੱਚ ਲੈਂਦਾ, ਖਬਰ ਕਰਨ ਗਿਆ ਕੋਈ ਉਦੋਂ ਵੀ ਖਿੱਚ ਲੈਂਦਾ। ਪੱਤਰਕਾਰ ਨੇ ਤਾਂ ਰਾਮ ਰਹੀਮ ਦੇ ਵੀ ਜਾਣਾ, ਢੱਡਰੀਆਂ ਵਾਲੇ ਦੇ ਵੀ ਜਾਣਾ, ਪਰਵਾਨੇ ਦੇ ਵੀ ਜਾਣਾ, ਅੰਦੋਲਨ 'ਚ ਵੀ ਜਾਣਾ, ਬੀਜੇਪੀ ਦੇ ਘਰੇ ਵੀ ਜਾਣਾ।
ਤਾਂ ਇਸ ਪੂਰੀ ਸਿਚੁਏਸ਼ਨ ਤੇ ਬੜੀ ਇਮੈਚਿਓਰਿਟੀ ਦੇ ਨਾਲ ਸੋਸ਼ਲ ਮੀਡੀਆ ਡੀਲ ਕਰ ਰਿਹਾ ਹੈ। ਸਾਨੂੰ ਇਸ ਗੱਲ ਨੂੰ ਸਮਝਣਾ ਪਊਗਾ ਕਿ ਸ਼ਾਂਤੀ ਬਣਾਏ ਰੱਖਣਾ ਔਰ ਕਿਸੇ ਵੀ ਐਸੇ ਅਨਸਰ ਦੀ ਸ਼ਰਾਰਤ ਦੇ ਵਿੱਚ ਨਾ ਆਉਣਾ ਸਭ ਤੋਂ ਵੱਡੀ ਸਿਆਣਪ ਇਸ ਵੇਲੇ ਹੈ। ਲੇਕਿਨ ਚੀਜ਼ਾਂ ਉਧਰ ਨੂੰ ਮੂਵ ਕੀਤੀਆਂ ਜਾ ਰਹੀਆਂ ਰਾਓ ਵਰਿੰਦਰ। ਖਾਸ ਤੌਰ ਤੇ ਪਿੰਕੀ ਕੈਟ ਦਾ ਬਿਆਨ ਔਰ ਬਾਬਾ ਅਮਨ ਸਿੰਘ ਨੇ ਜਦੋਂ ਸਵੇਰੇ ਅਸੀਂ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਮੈਂ ਕਲੀਅਰ ਕਰਨ ਨੂੰ ਤਿਆਰ ਹਾਂ। ਔਰ ਬਾਬਾ ਅਮਨ ਸਿੰਘ ਦੀ ਇੱਕ ਗੱਲ ਇਹ ਵੀ ਮੈਨੂੰ ਲੱਗੀ ਕਿ ਉਹ ਭੱਜੇ ਨਹੀਂ ਗੱਲ ਤੋਂ। ਉਹਨਾਂ ਨੇ ਕਿਹਾ ਕਿ ਮੈਂ ਪਰ ਉਹਨਾਂ ਨੇ ਦੱਸਿਆ ਵੀ ਨਹੀਂ, ਉਹਨਾਂ ਨੇ ਤਾਂ ਇਹ ਵੀ ਨਹੀਂ ਦੱਸਿਆ ਕਿ ਇਹ ਕਦੋਂ ਦੀ ਫੋਟੋ ਹੈ। ਉਹਨਾਂ ਨੇ ਨਹੀਂ ਦੱਸਿਆ, ਉਹਨਾਂ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਦੀ ਫੋਟੋ ਹੈ, ਕਲੀਅਰ ਕੀਤਾ। ਤਾਂ ਜਿਹੜਾ ਪਿੰਕੀ ਕੈਟ ਕਹਿ ਰਿਹਾ ਕਿ ਅਗਸਤ ਦੀ ਫੋਟੋ ਹੈ ਤਾਂ ਉਹ ਗੱਲ ਜ਼ਰੂਰ ਮੈਚ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਦੀ ਫੋਟੋ ਹੈ। ਬਾਬਾ ਅਮਨ ਸਿੰਘ ਨੇ ਵੀ ਇਹ ਗੱਲ ਕਹੀ ਹੈ ਕਿ ਕੁਝ ਮਹੀਨੇ ਪਹਿਲਾਂ ਦੀ ਫੋਟੋ। ਔਰ ਉਹਨਾਂ ਨੇ ਕਿਹਾ ਕਿ ਮੈਨੂੰ ਕਾਹਦਾ ਡਰ ਹੈ, ਮੈਂ ਮਿਲਿਆ, ਮੈਂ ਕਹਿਣਾ ਮੈਂ ਮਿਲਿਆ, ਮੇਰੀ ਮੁਲਾਕਾਤ ਹੋਈ ਹੈ ਤਾਂ ਕਬੂਲਿਆ। ਉਹਨਾਂ ਨੇ ਕਿਹਾ ਮੈਂ ਤਾਂ ਮੋਦੀ ਨੂੰ ਵੀ ਮਿਲ ਲੂੰਗਾ, ਉਹਦੀ ਵੀ ਫੋਟੋ ਪਾ ਦਿਓ, ਮੈਨੂੰ ਕੋਈ ਡਰ ਨਹੀਂ ਹੈ ਫੋਟੋ ਦੇ ਨਾਲ। ਪਰ ਉਹਨਾਂ ਨੇ ਇੱਕ ਬੜੀ ਗੱਲ ਅਲੱਗ ਕੀਤੀ, ਉਹ ਕਹਿੰਦੇ ਕਿ ਖੇਤੀ ਕਾਨੂੰਨਾਂ ਦਾ ਸਾਨੂੰ ਕੋਈ ਰੌਲਾ ਗੌਲਾ ਨਹੀਂ। ਹਾਲਾਂਕਿ ਜਦੋਂ ਬੈਠੇ ਉਹ ਖੇਤੀ ਕਾਨੂੰਨਾਂ ਦੇ ਕਰਕੇ ਹੀ ਸੀ। ਉਹ ਕਹਿੰਦੇ ਕਿ ਹੁਣ ਸਾਡੇ ਲਈ ਤਾਂ ਗੁਰੂ ਦਾ ਮਸਲਾ ਜ਼ਿਆਦਾ ਆ, ਖੇਤੀ ਮਸਲਾ ਸਾਡੇ ਲਈ ਪਿਛਾਂਹ ਹੋ ਗਿਆ। ਦੇਖੋ ਇਹ ਬਹੁਤ ਵੱਡਾ ਤੁਸੀਂ ਬਹੁਤ ਇੰਪੋਰਟੈਂਟ ਗੱਲ ਤੁਸੀਂ ਇੱਥੇ ਕੀਤੀ ਹੈ। ਇਸ ਗੱਲ ਨੂੰ ਸਮਝਣਾ ਪਊਗਾ। ਕਿਸਾਨ ਆਗੂ ਕੀ ਕਹਿ ਰਹੇ ਹੈ? ਕਿਸਾਨ ਆਗੂ ਕਹਿ ਰਹੇ ਕਿ ਸਾਡੀ ਲੜਾਈ 3 ਕਾਨੂੰਨ ਜਿਹੜੇ ਨੇ ਉਹ ਰੱਦ ਕਰਾਉਣ ਦੀ ਹੈ। ਅਸੀਂ ਆਪਦੀਆਂ ਮੰਗਾਂ ਹੈ ਉਹਦੀ ਸਾਡੀ ਲੜਾਈ ਹੈ। ਸਾਡੀ ਇਸ ਤੋਂ ਇਲਾਵਾ ਕੋਈ ਲੜਾਈ ਨਹੀਂ ਹੈਗੀ। ਨਿਹੰਗ ਸਿੰਘ ਜਾਂ ਪੰਥਕ ਧਿਰਾਂ ਇਹ ਗੱਲ ਕਹਿ ਰਹੀਆਂ ਕਿ ਸਾਡੀ ਹੋਂਦ ਦੀ ਲੜਾਈ ਹੈ। ਕੁਝ ਹੋਰ ਲੋਕ ਵੀ ਇਸ ਅੰਦੋਲਨ 'ਚ ਕਹਿੰਦੇ ਆਏ ਆ ਕਿ ਸਾਡੀ ਹੋਂਦ ਦੀ ਲੜਾਈ ਹੈ, ਲੜਾਈ ਕਾਨੂੰਨਾਂ ਤੋਂ ਬਹੁਤ ਪਾਰ ਦੀ ਲੜਾਈ ਹੈ, ਕਹਿੰਦੇ ਆਏ ਆ। ਲੇਕਿਨ ਹੁਣ ਤੱਕ ਸੰਯੁਕਤ ਕਿਸਾਨ ਮੋਰਚੇ ਨੇ ਕਦੇ ਇਹ ਗੱਲ ਨਹੀਂ ਕਹੀ। ਸੰਯੁਕਤ ਕਿਸਾਨ ਮੋਰਚੇ ਨੇ ਕਦੇ ਨਹੀਂ ਕਿਹਾ ਹੋਂਦ ਦੀ ਲੜਾਈ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕਦੇ ਨਹੀਂ ਇਹ ਗੱਲ ਕਹੀ ਕਿ ਸਾਡੀ ਵੱਧ ਅਧਿਕਾਰਾਂ ਦੀ ਲੜਾਈ ਹੈ ਜਾਂ ਪੰਥ ਦੀ ਲੜਾਈ ਹੈ ਜਾਂ ਬੇਅਦਬੀ ਦੀ ਲੜਾਈ ਹੈ। ਸੰਯੁਕਤ ਕਿਸਾਨ ਮੋਰਚਾ ਕਹਿੰਦਾ ਹੈ ਕਿ ਸਿਰਫ ਤੇ ਸਿਰਫ ਸਾਡੀ ਇਹ ਖੇਤੀ ਕਾਨੂੰਨ ਰੱਦ ਕਰਾਉਣ ਦੀ ਲੜਾਈ ਹੈ, ਜਿਹੜੀ ਗੱਲ ਦੇ ਉੱਤੇ ਕਨਫਲਿਕਟ ਹੁੰਦਾ ਆਇਆ। ਜਦੋਂ ਯਾਦ ਹੋਣਾ ਤੁਹਾਡੇ ਬਲਬੀਰ ਸਿੰਘ ਰਾਜੇਵਾਲ ਨੇ ਬਿਆਨ ਦਿੱਤਾ ਸੀਗਾ ਕਿ ਜਿਹੜੇ ਕੱਲਾ ਝੰਡਾ ਕਿਸਾਨੀ ਦਾ ਹੋਵੇ, ਕੇਸਰੀ ਨਿਸ਼ਾਨ ਨਾ ਹੋਣ। ਔਰ ਨਿਹੰਗ ਸਿੰਘ ਇੱਥੋਂ ਇਹ ਪਹਿਲੀ ਵਾਰ ਥੋੜ੍ਹੀ ਗੱਲ ਹੋਈ ਹੈ, ਹੁਣ ਇਦੋਂ ਪਹਿਲਾਂ ਵੀ ਹੋ ਚੁੱਕੀ ਹੈ ਕਿ ਨਿਹੰਗ ਸਿੰਘ ਇੱਥੇ ਕੀ ਕਰਦੇ ਆ। ਔਰ ਮੈਂ ਇਹ ਵੀ ਸਵਾਲ ਕੀਤਾ ਕਿ ਜਦੋਂ ਅੱਜ ਬਾਬਾ ਅਮਨ ਸਿੰਘ ਨੂੰ ਵੀ ਇਹ ਸਵਾਲ ਕੀਤਾ ਕਿ ਜਦੋਂ ਚਾਹੁੰਦੇ ਹੀ ਨਹੀਂ ਕਿ ਤੁਸੀਂ ਬੈਠੋ, ਫਿਰ ਤੁਸੀਂ ਕਿਉਂ ਬੈਠੇ ਹੋ? ਜਦੋਂ ਸੰਯੁਕਤ ਕਿਸਾਨ ਮੋਰਚਾ ਕਹਿ ਰਿਹਾ ਕਿ ਸਾਡੇ ਤਾਂ ਬੰਦੇ ਨਹੀਂ, ਬੇਅਦਬੀ ਕਰਨ ਵਾਲਾ ਸਾਡਾ ਬੰਦਾ ਨਹੀਂ ਹੈ ਔਰ ਜਿਨ੍ਹਾਂ ਨੇ ਉਹਨੂੰ ਮਾਰਿਆ ਉਹ ਵੀ ਸਾਡੇ ਬੰਦੇ ਨਹੀਂ, ਤਾਂ ਫਿਰ ਤੁਸੀਂ ਉੱਥੇ ਕਿਉਂ ਬੈਠਦੇ ਹੋ? ਤੁਸੀਂ ਦਲ ਪੰਥ ਜਿਹੜਾ ਹੈ ਇਹ ਚੱਲਦਾ ਵਹੀਰ ਹੁੰਦਾ ਹੈ, ਤੁਸੀਂ ਆਪਣੇ ਛਾਉਣੀ ਜਿਹੜੀ ਕਿਤੇ ਹੋਰ ਲਾ ਲਓ ਜਾ ਕੇ। ਤਾਂ ਇਹ ਇੱਕ ਬੜਾ ਵੱਡਾ ਕੁਐਸਚਨ ਹੈ। ਅੱਜ ਜਦੋਂ ਭਾਈ ਪਰਵਾਨਾ ਦੇ ਨਾਲ ਵੀ ਇਸ ਗੱਲ ਤੇ ਗੱਲ ਹੋ ਰਹੀ ਸੀ ਤਾਂ ਮੈਂ ਉਦੋਂ ਵੀ ਇਹ ਸਵਾਲ ਹੋਇਆ ਕਿ ਜਦੋਂ ਨਹੀਂ ਚਾਹੁੰਦੇ ਕਿ ਨਿਹੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਉੱਥੇ ਬੈਠਣ ਤਾਂ ਫਿਰ ਕਿਉਂ ਬੈਠੀਆਂ? ਤਾਂ ਉਹਨਾਂ ਨੇ ਕਿਹਾ ਕਿ ਮੋਰਚਾ ਕਿਸੇ ਇੱਕ ਦਾ ਥੋੜ੍ਹੀ ਹੈ। ਤਾਂ ਸਾਨੂੰ ਇਹ ਤੈਅ ਕਰਨਾ ਪਊਗਾ ਕਿ ਕੀ ਸੰਯੁਕਤ ਕਿਸਾਨ ਮੋਰਚਾ ਜਿਹੜੀ ਕਾਲ ਦਿੰਦਾ ਮੋਰਚਾ ਸਿਰਫ ਉਹ ਹੈ ਜਾਂ ਉਸ ਤੋਂ ਇਲਾਵਾ ਜੇ ਕੋਈ ਬੈਠਣਾ ਚਾਹ ਰਿਹਾ ਔਰ ਆਪਣੀ ਮਰਜ਼ੀ ਦੇ ਨਾਲ ਜੇ ਕੁਝ ਕਰਨਾ ਚਾਹ ਰਿਹਾ ਤਾਂ ਉਹ ਵੀ ਮੋਰਚੇ ਦਾ ਹਿੱਸਾ ਹੈ। ਇਹ ਤੈਅ ਕਰਨਾ ਪਊਗਾ। ਪਰ ਸੰਯੁਕਤ ਕਿਸਾਨ ਮੋਰਚੇ ਨੇ ਡਿਨਾਈ ਕੀਤਾ ਸਾਫ਼ ਤੌਰ ਤੇ। ਔਰ ਅੱਜ ਦੀ ਤਸਵੀਰਾਂ ਤੋਂ ਬਾਅਦ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਇਹ ਇੱਕ ਸਾਜ਼ਿਸ਼ ਹੈ। ਉਹ ਇਹ ਕਹਿ ਰਹੇ ਹੈ, ਸੰਯੁਕਤ ਕਿਸਾਨ ਮੋਰਚਾ ਮੰਨਦਾ ਹੈ ਵੀ ਇਹ ਇੱਕ ਸਾਜ਼ਿਸ਼ ਹੈ ਔਰ ਬੀਜੇਪੀ ਦੇ ਵੱਲੋਂ ਇਹ ਪਲਾਂਟ ਕੀਤੀ ਗਈ ਸਾਜ਼ਿਸ਼ ਹੈ। ਤਸਵੀਰ ਜਿਹੜੀ ਆਈ ਉਸਨੇ ਅੱਜ ਘੱਟੋ ਘੱਟ ਸਾਰਾ ਕੋਰਸ ਆਫ ਐਕਸ਼ਨ ਹੈ ਉਹ ਚੇਂਜ ਕਰਕੇ ਰੱਖਤਾ, ਥਾਟਸ ਬਦਲਤੇ। ਪਰ ਬਹੁਤ ਵੱਡੀ ਗਿਣਤੀ ਅੱਜ ਵੀ ਬਾਬਾ ਅਮਨ ਸਿੰਘ, ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਖੜੀ ਹੈ। ਔਰ ਸਭ ਤੋਂ ਵੱਡਾ ਸਵਾਲ ਜਿਹੜਾ ਜਿਹੜੇ ਨਿਹੰਗ ਸਿੰਘ ਦੇ ਕੇਸ ਕਤਲ ਕੀਤੇ ਹੋਏ ਜਾਪ ਰਹੇ ਸੀਗੇ ਔਰ ਜਦੋਂ ਉਹਨਾਂ ਦੀ ਦਸਤਾਰ ਲਹਿੰਦੀ ਹੈ ਉਸ ਤੋਂ ਬਾਅਦ ਇਹ ਖੋਜ ਦਾ ਵਿਸ਼ਾ ਹੈ ਕਿ ਉਹ ਕਦੋਂ ਨਿਹੰਗ ਸਿੰਘ ਜਥੇਬੰਦੀਆਂ ਸ਼ਾਮਲ ਹੁੰਦੇ ਨੇ। ਇਹ ਬਹੁਤ ਚਰਚਾ ਆ ਰਹੀ ਹੈ ਕਿ ਉਹ 7 ਮਹੀਨੇ ਪਹਿਲਾਂ ਹੀ ਨਿਹੰਗ ਸਿੰਘ ਜਥੇਬੰਦੀਆਂ ਸ਼ਾਮਲ ਹੋਏ, ਇਸ ਕਰਕੇ ਉਹਨਾਂ ਦੇ ਕੇਸ ਹਾਲੇ ਪੂਰੀ ਤਰੀਕੇ ਦੇ ਨਾਲ ਜਿਹੜੇ ਉਹ ਆਏ ਨਹੀਂ ਸੀਗੇ, ਉਹ ਸਾਬਤ ਸੂਰਤ ਹਾਲੇ ਨਹੀਂ ਸੀਗੇ। ਤਾਂ ਜੇ ਉਹ ਹੋਏ ਤਾਂ ਹੁਣ ਇਸ ਗੱਲ ਦੀ ਘੋਖ ਹੋਊਗੀ ਫਿਰ ਉਹ ਆਏ ਕਿੱਥੋਂ, ਪਿਛੋਕੜ ਕੀ ਸੀਗਾ, ਕਿਵੇਂ ਇਹਨਾਂ ਦੇ ਨਾਲ ਜੁੜੇ, ਇਹ ਗੱਲਾਂ ਦੀ ਵੀ ਘੋਖ ਜਿਹੜੀ ਹੈ ਉਹ ਕਰਨਗੇ। ਪਰ ਇਸ ਪੂਰੀ ਘਟਨਾ ਦੇ ਉੱਤੇ ਦੋ ਧਿਰਾਂ ਦੇ ਵਿੱਚ ਵੰਡਿਆ ਜਾਣਾ, ਮੋਰਚੇ ਦਾ ਵੀ ਔਰ ਪੰਜਾਬ ਦੇ ਲੋਕਾਂ ਦਾ ਵੀ, ਇਹ ਅਫਸੋਸਨਾਕ ਇਸ ਕਰਕੇ ਹੈ ਕਿ ਜਿਸ ਤਰ੍ਹਾਂ ਦੀ ਕਮਿਊਨਲ ਹਾਰਮਨੀ ਨੂੰ ਠੇਸ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਦਾ ਡਰ ਲੱਗ ਰਿਹਾ ਸੀ ਸਾਨੂੰ ਕਿ ਕਿਸੇ ਇੱਕ ਐਸੇ ਮੁੱਦੇ 'ਤੇ ਪੰਜਾਬ ਦੇ ਲੋਕ ਵੰਡੇ ਜਾਣ ਜਿਸ ਮੁੱਦੇ 'ਤੇ ਵਿਚਾਰ ਬਹੁਤ ਫਰਮ ਹੋਣ। ਧਰਮ ਤੋਂ ਵੱਡਾ ਕੁਛ ਨਹੀਂ ਹੁੰਦਾ
ਔਰ ਇੱਕ ਸਟਾਈਲ ਰਿਹਾ ਸਾਡੀ ਸਿਆਸਤ ਦਾ ਪਿਛਲੇ ਸਾਲਾਂ 'ਚ ਕਿ ਦੇਸ਼ 'ਚ ਅਸੀਂ ਮੁਜ਼ੱਫਰਨਗਰ ਦੇਖਿਆ, ਅਸੀਂ ਗੁਜਰਾਤ ਦੇ ਦੰਗੇ ਦੇਖੇ ਹੈ, ਅਸੀਂ ਪਿਛਲੇ 3 ਦਹਾਕਿਆਂ 'ਚ ਬਹੁਤ ਕੁਝ ਐਸਾ ਦੇਸ਼ 'ਚ ਵਾਪਰਦਾ ਦੇਖਿਆ ਜਿੱਥੋਂ ਪੋਲੀਟੀਕਲ ਐਸਟੈਬਲਿਸ਼ਮੈਂਟਾਂ ਸਾਰਾ ਕੋਰਸ ਬਦਲਦੀਆਂ ਰਹੀਆਂ। ਅਸੀਂ ਉਸ ਦੌਰ ਦੇ ਵਿੱਚ ਖੜੇ ਹਾਂ ਜਿੱਥੇ ਸਾਨੂੰ ਇਸ ਗੱਲ ਨੂੰ ਘੱਟੋ ਘੱਟ ਸਮਝਣਾ ਪਊਗਾ। ਹਰ ਸਿੱਖ ਬੇਅਦਬੀ ਦਾ ਇਨਸਾਫ ਚਾਹੁੰਦਾ, ਇਸ 'ਚ ਕੋਈ ਦੋ ਰਾਏ ਨਹੀਂ। ਇਹ ਉਹ ਨਬਜ਼ ਹੈ ਜਿਹਨੂੰ ਫੜ ਕੇ ਕੁਝ ਵੀ ਹੋ ਸਕਦਾ ਹੈ ਔਰ ਹਰ ਸਿੱਖ ਜਜ਼ਬਾਤੀ ਵੀ ਹੈ ਇਸ ਗੱਲ ਨੂੰ ਲੈ ਕੇ। ਤਾਂ ਕਿਤੇ ਨਾ ਕਿਤੇ ਇਸ ਗੱਲ ਨੂੰ ਬਹੁਤ ਧਿਆਨ ਨਾਲ ਅੰਡਰਸਟੈਂਡ ਕਰਨਾ ਪਊਗਾ ਕਿ ਅਸੀਂ ਇਨਸਾਫ ਦੀ ਮੰਗ ਵੀ ਕਰੀਏ, ਇਨਸਾਫ ਲਈਏ ਵੀ, ਪਰ ਅਸੀਂ ਕਿਸੇ ਦੀ ਚਾਲ 'ਚ ਵੀ ਨਾ ਆ ਜਾਈਏ। ਔਰ ਇਸ ਘਟਨਾ 'ਤੇ 2 ਤਰ੍ਹਾਂ ਦਾ ਪ੍ਰਤੀਕਰਮ ਹੋਣਾ, ਇਹ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਪਾਵਰਸ ਨੂੰ ਹੋਰ ਤਾਕਤਵਰ ਕਰ ਰਿਹਾ ਜੋ ਦਰਅਸਲ ਇਹ ਚਾਹੁੰਦੀਆਂ ਸੀ ਕਿ ਪੰਜਾਬੀ ਵੰਡੇ ਜਾਣ। ਤਾਂ ਜੇ ਚਰਚਾਵਾਂ ਹੋ ਰਹੀਆਂ ਇਸ ਗੱਲ ਦੇ ਉੱਤੇ ਤਾਂ ਉਹ ਬਹੁਤ ਸਹਿਜ, ਸ਼ਾਂਤੀ ਤੇ ਬਹੁਤ ਢੰਗ ਤਰੀਕੇ ਨਾਲ ਹੋਣੀਆਂ ਚਾਹੀਦੀਆਂ। ਅਗਰੈਸਿਵਨੈਸ ਨਾਲ ਕੋਈ ਵਿਚਾਰ ਨਹੀਂ ਹੋਣੀ ਚਾਹੀਦੀ। ਔਰ ਬੜੀ ਜਲਦੀ ਇੱਕ ਦੂਜੇ ਨੂੰ ਗੱਦਾਰਾਂ ਦੇ ਸਰਟੀਫਿਕੇਟ ਦੇਣੇ ਸ਼ੁਰੂ ਕਰ ਦਿੰਦੇ ਆ, ਬੜੀ ਜਲਦੀ ਇੱਕ ਦੂਜੇ ਦੇ ਪ੍ਰਤੀ ਹੇਟਰਡ ਸ਼ੁਰੂ ਹੋ ਜਾਂਦੀ ਹੈ, ਬੜੀ ਜਲਦੀ ਸਿੱਟਿਆਂ ਤੇ ਵੀ ਪਹੁੰਚ। ਸੋਸ਼ਲ ਮੀਡੀਆ ਇੱਕ ਐਸੀ ਦੋਧਾਰੀ ਤਲਵਾਰ ਹੈ ਕਿ ਤੁਸੀਂ ਤਸਵੀਰ ਦੇਖੀ ਤੁਰੰਤ ਥੱਲੇ ਠਾ 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 ਤੁਸੀਂ ਲਿਖਣਾ ਸ਼ੁਰੂ ਕਰ ਦਿੰਦੇ ਹੋ, ਤੁਸੀਂ ਬਹੁਤ ਜਲਦੀ ਰਿਐਕਟ ਕਰਦੇ ਹੋ ਔਰ ਉਹ ਰਿਐਕਸ਼ਨ ਤੁਹਾਨੂੰ ਬਹੁਤ ਪਿਛੋਕੜ ਤੇ ਉਹਦੇ ਕੀ ਚੱਲ ਰਿਹਾ ਹੈ ਉਹ ਸਮਝਣ ਦੇ ਵਿੱਚ ਨਾਕਾਮ ਬਣਾ ਦਿੰਦਾ। ਇਸ ਘਟਨਾ ਨੂੰ ਸਭ ਤੋਂ ਬਿਹਤਰ ਤਰੀਕੇ ਨਾਲ ਜੇ ਸਮਝਣਾ ਹੈ ਤਾਂ ਵੇਟ ਐਂਡ ਵਾਚ ਕਰਨਾ ਪਊਗਾ। ਪੰਜਾਬੀਆਂ ਨੂੰ ਸਮਝਣਾ ਪਊਗਾ ਕਿਤੇ ਇਹ ਨਾ ਹੋਵੇ ਕਿ ਜਿਸ ਟਰੈਪ 'ਚ ਫਸਾਉਣ ਦੀ ਕੋਸ਼ਿਸ਼ ਹੋ ਰਹੀ ਉਸੇ ਟਰੈਪ 'ਚ ਫਸ ਜਾਈਏ। ਬਹੁਤ ਬਹੁਤ ਸ਼ੁਕਰੀਆ ਸਿਮਰਨਜੋਤ ਜੀ। ਸੋ ਸਾਡਾ ਇਹ ਐਪੀਸੋਡ ਤੇ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਤੁਸੀਂ ਆਪਣੇ ਕਮੈਂਟ ਸਾਨੂੰ ਦੇ ਸਕਦੇ ਹੋ। ਸੋ ਇਸ ਐਪੀਸੋਡ ਦੇ ਵਿੱਚ ਸਿਰਫ ਇੰਨਾ ਹੀ। ਅਗਲੇ ਐਪੀਸੋਡ ਦੇ ਵਿੱਚ ਫਿਰ ਮੁਲਾਕਾਤ ਹੋਏਗੀ। ਧੰਨਵਾਦ।